सतनाम श्री वाहिगुरु साहिब जीओ। गौरपुरै चरनी लाया, हर संग सहाई पाया। गुर जैसा नाही को देव, जिस मस्तक भाग सो लागा सेवा। जिस मस्तक भाग सो लागा सेवा। जुगो जुग टल चवर छत्र तखत दे मालक, दसां पातशाहियां जी दी जोत हाजर नाजर। श्री गुरु ग्रंथ साहिब महाराज जी दे पावन पवित्र चरण कमलां दे अंदर जुड़ बैठे गुरु प्यारी। गुरु सवारी गुरु की साजी साज के निवाजी। गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बहन दी कृपालता करिए। समय और ਸਵਾਸਾਂ ਨੂੰ ਸਫਲਾ ਕਰੀਏ। ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਹੈ, ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਗੁਰੂ ਸਾਹਿਬ ਜੀ ਇਧਰ ਚਲਦੇ ਚਲਦੇ ਸ਼੍ਰੀ ਨੰਦੇੜ ਸਾਹਿਬ ਹਜੂਰ ਸਾਹਿਬ ਵਿਖੇ ਪਹੁੰਚੇ ਨੇ। ਇੱਥੇ ਗੋਦਾਵਰੀ ਨਦੀ ਵਿਖੇ ਸਤਿਗੁਰੂ ਜੀ ਪਹੁੰਚ ਕੇ ਉਥੇ ਨੰਦੇੜ ਨਗਰ ਦੇ ਬਾਹਰ ਅਸਥਾਨ ਉੱਪਰ ਸਤਿਗੁਰੂ ਜੀ ਵਿਰਾਜਮਾਨ ਹੋ ਗਏ ਨੇ ਤੇ ਨਾਲ ਬਹਾਦਰ ਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉੱਥੇ ਪਹੁੰਚਿਆ। ਤੇ ਜਿਸ ਵੇਲੇ ਸਤਿਗੁਰੂ ਜੀ ਇਦਾਂ ਪਹੁੰਚੇ ਨੇ ਸਿੱਖ ਸੰਗਤਾਂ ਦੇ ਨਾਲ ਗੋਦਾਵਰੀ ਨਦੀ ਦੇ ਨਜ਼ਦੀਕ ਨੰਦੇੜ ਨਗਰ ਸ਼੍ਰੀ ਹਜੂਰ ਸਾਹਿਬ ਵਿਖੇ ਤੇ ਗੁਰੂ ਪਿਆਰਿਓ ਉਸ ਵੇਲੇ ਸਿੱਖਾਂ ਨੂੰ ਅਚਨਚੇਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਨੇ ਇਹ ਬਚਨ ਉਚਾਰਨ ਕਰ ਦਿੱਤੇ। ਸਤਿਗੁਰੂ ਜੀ ਕਹਿੰਦੇ ਹੋ ਸਿੱਖੋ ਬਈ ਇੱਥੇ ਨਜ਼ਦੀਕ ਨੰਦੇੜ ਨਗਰ ਹੈ। ਉਹ ਜਿਹੜਾ ਨਗਰ ਹੈ ਉਹ ਸਾਡਾ ਆਪਣਾ ਆਪ ਦਾ ਨਗਰ ਹੈ। ਉਸ ਨਗਰ ਦੇ ਨਾਲ ਸਾਡਾ ਬੜਾ ਪੁਰਾਣਾ ਰਿਲੇਸ਼ਨ ਹੈ, ਸੰਬੰਧ ਹੈ। ਤੇ ਜਿਹੜੇ ਸਿੱਖ ਉੱਥੇ ਮੌਜੂਦ ਸਨ ਉਹਨਾਂ ਦੇ ਵਿੱਚੋਂ ਕਈਆਂ ਨੂੰ ਤੇ ਸਤਿਗੁਰੂ ਜੀ ਦੇ ਵਿਸ਼ਵਾਸ ਹੈ, ਯਕੀਨ ਹੈ, ਭਰੋਸਾ ਜੋ ਸਤਿਗੁਰੂ ਜੀ ਕਹਿੰਦੇ ਸੱਚ ਹੈ। ਤੇ ਕਈ ਸਿੱਖ ਵਿੱਚੋਂ ਇਹ ਸੋਚਣ ਲੱਗੇ ਨੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਕਦੀ ਇਸ ਇਲਾਕੇ ਵਿੱਚ ਨਹੀਂ ਆਏ, ਪਹਿਲੀ ਦਫਾ ਆਏ ਨੇ। ਤੇ ਸਤਿਗੁਰੂ ਜੀ ਅਚਾਨਕ ਇਹ ਕੀ ਬਚਨ ਉਚਾਰਨ ਕਰਨ ਲੱਗ ਪਏ ਕਿ ਅਸੀਂ ਇਧਰ ਇਹ ਜਿਹੜਾ ਨੰਦੇੜ ਨਗਰ ਹੈ ਸਾਡਾ ਆਪਣਾ ਨਗਰ ਹੈ, ਆਪਣਾ ਆਪਦਾ ਹੈ। ਇਹ ਕਿਵੇਂ ਹੋ ਸਕਦਾ?
ਉਹਨਾਂ ਦੇ ਮਨ ਦੇ ਵਿੱਚ ਇਦਾਂ ਦੀ ਵਿਚਾਰ ਪ੍ਰਾਪਤ ਹੋ ਗਈ। ਉੱਥੋਂ ਦੇ ਲੋਕ ਹੈ ਜਿਹੜੇ ਉਹ ਹੋਰ ਲਿਬਾਸ ਧਾਰਨ ਕਰਕੇ ਰੱਖਦੇ ਨੇ, ਹੋਰ ਵਿਚਾਰ ਦੇ ਆਧਾਰ ਤੇ ਰਹਿੰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਜਿਸ ਵੇਲੇ ਸਤਿਗੁਰੂ ਜੀ ਦੇ ਇਲਾਕੇ ਪਹੁੰਚੇ ਆ ਤੇ ਸਿੱਖਾਂ ਦੇ ਮਨ ਵਿੱਚ ਇਦਾਂ ਦੀ ਵਿਚਾਰ ਪ੍ਰਾਪਤ ਹੋ ਗਈ ਹੈ ਤੇ ਸਤਿਗੁਰੂ ਜੀ ਨੇ ਉੱਥੇ ਸਿੱਖਾਂ ਨੂੰ ਕਹਿ ਕੇ ਉਤਾਰਾ ਕਰਵਾਇਆ। ਕਹਿਣ ਲੱਗੇ, ਭਾਈ ਇੱਥੇ ਉਤਾਰਾ ਕਰੋ, ਇਹ ਸਾਡੀ ਆਪਣੀ ਪੁਰਾਤਨ ਭੂਮੀ ਹੈ, ਦੂਸਰੇ ਦੀ ਮਾਲਕੀ ਅਸੀਂ ਦੂਰ ਕੀਤੀ ਹੈ। ਇੱਕ ਮੁਗਲ ਨਗਰ ਵਿੱਚ ਵਸਦਾ ਸੀ, ਕਹਿੰਦੇ ਪੁਸ਼ਤਾਂ ਤੋਂ ਇਹ ਥਾਂ ਉਸਦੀ ਚੱਲੀ ਆਉਂਦੀ ਸੀ। ਉਸਨੇ ਗੁਰੂ ਜੀ ਦੇ ਬਾਰੇ ਜਦੋਂ ਸੁਣਿਆ ਨਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਧਰ ਪਹੁੰਚੇ ਆ, ਉਹ ਸੁਣ ਕੇ ਝਗੜਾ ਕਰਨ ਲੱਗਿਆ। ਇਸ ਗੱਲ ਨੂੰ ਸਾਰਾ ਨਗਰ ਜਾਣਦਾ ਕਿ ਹੁਣ ਜੇ ਬਲ ਕਰਕੇ ਖੋਹ ਲਵੋਗੇ ਤਾਂ ਪੁੱਤ ਪੋਤੇ ਆਪਣੀ ਧਰਤੀ ਪਛਾਣ ਲਵਣਗੇ। ਇਸ ਪ੍ਰਕਾਰ ਉਸਨੇ ਬਹੁਤ ਝਗੜਾ ਕੀਤਾ ਤੇ ਬਹਾਦਰ ਸ਼ਾਹ ਤੱਕ ਚੱਲ ਕੇ ਗਿਆ। ਕਹਿਣ ਲੱਗਾ, ਜੀ ਸਤਿਗੁਰੂ ਜੀ ਪਹੁੰਚੇ ਆ ਇੱਥੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹ ਸਾਡੇ ਨਗਰ ਨੂੰ, ਸਾਡੀ ਧਰਤੀ ਨੂੰ, ਸਾਡੀ ਜ਼ਮੀਨ ਨੂੰ ਆਪਣੀ ਜ਼ਮੀਨ ਧੱਕੇ ਨਾਲ ਹੀ ਕਹੀ ਜਾ ਰਹੇ ਆ। ਸਤਿਗੁਰੂ ਜੀ ਇਦਾਂ ਕਹਿੰਦੇ ਸਨ, ਸਾਡਾ ਸਥਾਨ ਹੈ, ਇਸ ਸਥਾਨ ਦੇ ਮਾਲਕ ਅਸੀਂ ਹਾਂ, ਕੋਈ ਹੋਰ ਨਹੀਂ। ਅਸਲ ਦੇ ਵਿੱਚ ਉਹ ਮੁਗਲ ਕਹਿੰਦਾ ਇਹ ਸਾਡੀ ਜ਼ਮੀਨ ਆਪਣੀ ਹੈ, ਪੁਸ਼ਤਾਂ ਤੋਂ ਸਾਡੀ ਹੈ। ਪਰ ਸਤਿਗੁਰੂ ਜੀ ਅੱਜ ਆ ਕੇ ਇਸ ਜ਼ਮੀਨ ਦੇ ਮਾਲਕ ਬਣਨ ਦਾ ਦਾਅਵਾ ਪੇ ਕਰਦੇ ਨੇ। ਮੁਗਲ ਕਹਿੰਦਾ ਸੀ, ਇਹ ਕਹਿੰਦੇ ਪੁਸ਼ਤਾਂ ਤੋਂ ਮੇਰਾ ਅਸਥਾਨ ਹੈ, ਮੈਂ ਕਿਤੇ ਲੁਕਿਆ ਨਹੀਂ ਆ, ਸਾਰਾ ਨਗਰ ਮੈਨੂੰ ਜਾਣਦਾ। ਬਹਾਦਰ ਸ਼ਾਹ ਨੂੰ ਇਸ ਗੱਲ ਦਾ ਸ਼ੰਕਾ ਹੋ ਗਿਆ। ਉਹ ਮਨ ਵਿੱਚ ਵਿਚਾਰ ਲੱਗਾ, ਗੁਰੂ ਜੀ ਕਦੇ ਝੂਠ ਨਹੀਂ ਬੋਲ ਸਕਦੇ। ਬਹੁਤ ਦੇਰ ਤੋਂ ਕਹਿੰਦੇ ਸਥਾਨ ਮੇਰਾ ਮੁਗਲ ਨੇ ਫੇਰ ਉਚਾਰਨ ਕੀਤਾ। ਮੁਗਲ ਨਗਰ ਨਿਵਾਸੀਆਂ ਨੂੰ ਗਵਾਹੀ ਪੇਸ਼ ਕਰਦਾ ਸੀ, ਉਹ ਨਗਰ ਦੇ ਲੋਕਾਂ ਦੀ ਗਵਾਹੀ ਪਾਉਂਦਾ ਸੀ। ਬਹਾਦਰ ਸ਼ਾਹ ਨੇ ਗੁਰੂ ਜੀ ਪਾਸ ਬੇਨਤੀ ਕਹਿ ਕੇ ਭੇਜੀ, ਕਹਿੰਦੇ ਸਭ ਸਥਾਨ ਆਪ ਜੀ ਦੇ ਆ ਸਤਿਗੁਰੂ ਜੀ, ਜੇ ਇਸ ਸਥਾਨ ਦੀ ਅਭਿਲਾਸ਼ਾ ਧਾਰਨ ਕਰਦੇ ਹੋ ਤਾਂ ਕਹਿੰਦੇ ਕੋਈ ਨਾ ਕੋਈ ਇਸ ਅਸਥਾਨ ਦੀ ਪੁਰਾਤਨ ਤੁਹਾਡੇ ਸਮੇਂ ਦੀ, ਤੁਹਾਡੇ ਆਪਣੇ ਹੋਣ ਦੀ ਕੋਈ ਨਿਸ਼ਾਨੀ ਦੱਸੋ, ਕੋਈ ਇੱਕ ਪਤਾ ਵਿਖਾਵੋ, ਕੋਈ ਕਿਸੇ ਪ੍ਰਕਾਰ ਇਦਾਂ ਦੀ ਨਿਸ਼ਾਨੀ ਸਾਨੂੰ ਦੱਸੋ ਜਿੱਥੋਂ ਅਸੀਂ ਯਕੀਨ ਕਰ ਲਈਏ ਕਿ ਵਾਕਈ ਤੁਹਾਡੀ ਜ਼ਮੀਨ ਹੈ, ਤੁਹਾਡਾ ਨਗਰ ਹੈ, ਤੁਹਾਡਾ ਸਥਾਨ ਹੈ। ਨਹੀਂ ਤੇ ਫਿਰ ਸਾਨੂੰ ਕਿਵੇਂ ਪਤਾ ਲੱਗੇ? ਜੇ ਇਹ ਆਪ ਜੀ ਦੀ ਹੋਵੇਗੀ ਤਾਂ ਇੱਥੇ ਹੀ ਰਹੋਗੇ, ਫਿਰ ਕੋਈ ਬਾਅਦ ਵਿੱਚ ਕਹਿੰਦੇ ਝਗੜਾ ਨਹੀਂ ਕਰੇਗਾ। ਤੇ ਇਹਦੇ ਵਾਸਤੇ ਤੁਹਾਨੂੰ ਕੋਈ ਨਾ ਕੋਈ ਨਿਸ਼ਾਨੀ ਦਿਖਾਉਣੀ ਪੈਣੀ। ਤਾਕਤ ਕਰਕੇ ਇਸ ਦੀ ਧਰਤੀ ਖੋਵੋਗੇ ਤਾਂ ਇਸ ਵਾਰ ਮੈਂ ਕਹਿੰਦੇ ਆਪ ਜੀ ਨੂੰ ਰੋਕਾਂਗਾ, ਵਰਜਾਂਗਾ। ਇਹ ਕਦਾਚਿਤ ਨਹੀਂ ਹੋ ਸਕਦਾ। ਕਿਸੇ ਪ੍ਰਕਾਰ ਤੇ ਸਤਿਗੁਰੂ ਜੀ ਦੇ ਨਾਲ ਬਹੁਤ ਵੱਡੀ ਜ਼ਿਆਦਤੀ ਹੋਵੇਗੀ। ਇਸ ਸਥਾਨ ਵਿਖੇ ਤਦ ਤੱਕ ਜਿਉਂਦੇ ਰਹੋ, ਤਦ ਤੱਕ ਕੋਈ ਕਹਿੰਦੇ ਕਿਸੇ ਪ੍ਰਕਾਰ ਤੁਹਾਨੂੰ ਰੋਕੇਗਾ ਨਹੀਂ ਜਦੋਂ ਤੱਕ ਤੁਹਾਡੀ ਵਿਚਾਰ ਹੈ। ਪਰ ਬਾਅਦ ਵਿੱਚ ਕਹਿੰਦੇ ਝਗੜਾ ਉੱਠ ਖੜਾ ਹੋਵੇਗਾ। ਇਸ ਕਰਕੇ ਸਥਾਨ ਨੂੰ ਕਹਿੰਦੇ ਬੇਬੁਨਿਆਦ ਜਾਣੋ। ਜਿਵੇਂ ਕਹਿੰਦੇ ਮੁਗਲ ਨਗਰ ਦੀ ਗਵਾਹੀ ਦਿੰਦਾ, ਉਹ ਦੱਸਦਾ ਕਿ ਇਸ ਸਥਾਨ ਉਸ ਪਾਸ ਹੈ, ਇਸ ਸਥਾਨ ਦੀ ਸਾਰੀ ਵਿਚਾਰ ਦੇ ਕੋਲੇ ਨਿਸ਼ਾਨੀਆਂ ਨੇ। ਉਸ ਤਰ੍ਹਾਂ ਹੀ ਕਹਿੰਦੇ ਤੁਸੀਂ ਕੁਝ ਨਾ ਕੁਝ ਬਤਾਵੋ, ਕੋਈ ਪਤਾ ਦੱਸੋ, ਕੋਈ ਨਿਸ਼ਾਨੀ ਦੱਸੋ, ਬੁਨਿਆਦ ਸੇ ਧਰਤੀ ਪਾਵੋ। ਫਿਰ ਕੋਈ ਵੀ ਕਹਿੰਦੇ ਲਾਗੂ ਨਹੀਂ ਹੋਣ ਦੇਵੇਗਾ ਤੁਹਾਡੇ ਸਨਮੁਖ, ਤੁਹਾਡੇ ਹੱਕ ਦੇ ਵਿੱਚ ਸਾਰੀ ਵਿਚਾਰ ਹੋਵੇਗੀ।
ਗਵਾਹੀ ਵੇਖ ਕੇ ਉਹ ਕਹਿੰਦੇ ਚੁੱਪ ਧਾਰਨ ਕਰ ਲਵੇਗਾ। ਜਦ ਕਹਿੰਦੇ ਯਥਾਰਥ ਗੱਲ ਸੁਣਾਈ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਵੇਲੇ ਇਸ ਗੱਲ ਨੂੰ ਸਵੀਕਾਰ ਕਰ ਲਿਆ। ਕਹਿਣ ਲੱਗੇ ਠੀਕ ਹੈ, ਜੇਕਰ ਕਾਨੂੰਨ ਦੇ ਮੁਤਾਬਕ ਕਹਿੰਦੇ ਹੋ ਨਾ ਸਾਰੀ ਗੱਲ। ਮੁਗਲ ਨਗਰ ਦੇ ਮੁਖੀਏ ਲੈ ਕੇ ਆਏ, ਕਾਜੀ ਮੁਸਬੀ ਸਾਰਿਆਂ ਨੂੰ ਨਾਲ ਮਿਲਾ ਕੇ ਲੈ ਕੇ ਆਏ। ਕਹਿਣ ਲੱਗੇ ਤੁਸੀਂ ਆਪਣੇ ਉਮਰਾਵ ਭੇਜੋ ਤੇ ਧਰਤੀ ਦੇ ਝਗੜੇ ਨੂੰ ਸਦਾ ਲਈ ਖਤਮ ਕਰ ਦੇਵੋ। ਅਸੀਂ ਵੀ ਗੱਲ ਇਹ ਵੀ ਵਿਚਾਰ ਤੁਹਾਨੂੰ ਦਿਖਾ ਦਿੰਨੇ ਆ ਕਰਕੇ। ਹੁਣ ਜਥਾ ਜੋਗ ਜਿਸ ਦੀ ਹੋਵੇਗੀ ਉਸ ਨੂੰ ਦੇਵੋ, ਜਿਹੜਾ ਝੂਠ ਬੋਲੇ ਕਹਿੰਦੇ ਉਸ ਨੂੰ ਹਟਾ ਦਿਓ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਥਾਰਥ ਗੱਲ ਸੁਣ ਕੇ ਮੁਗਲ ਨੇ ਨਗਰ ਦੇ ਬਹੁਤ ਮਨੁੱਖ ਇਕੱਠੇ ਕੀਤੇ। ਕਹਿੰਦੇ ਵੇਖੋ ਭਾਈ, ਇਹ ਹੁਣ ਸਪਸ਼ਟੀਕਰਨ ਹੋਣ ਜਾ ਰਿਹਾ। ਨਗਰ ਦੇ ਸਾਰੇ ਪ੍ਰਧਾਨ ਮਨੁੱਖ ਆ ਪਹੁੰਚੇ ਨੇ, ਬਾਦਸ਼ਾਹ ਦੇ ਨੇੜੇ ਰਹਿਣ ਵਾਲੇ ਵੀ ਉਹ ਵੀ ਬਹੁਤ ਜਾਣੇ ਆ ਪਹੁੰਚੇ। ਇਹ ਕਹਿ ਲੋ ਕਿ ਹਜ਼ਾਰਾਂ ਮਨੁੱਖ ਇਕੱਠੇ ਹੋ ਕੇ ਆ ਗਏ। ਬਾਦਸ਼ਾਹ ਨੇ ਕਹਿੰਦੇ ਤਾਕੀਦ ਕਰ ਕਰਕੇ ਭੇਜੇ ਸਨ, ਵਿਚਾਰ ਕਰ ਕਰਕੇ ਭੇਜੇ ਸਨ। ਕਹਿੰਦੇ ਪੂਰਨ ਤੌਰ ਤੇ ਬਰੀਕੀ ਨਾਲ ਜਾਂਚ ਕਰਿਓ। ਇਸ ਗੱਲ ਦਾ ਨਿਰਣਾ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਨਿਰਣੇ ਤੋਂ ਬਗੈਰ ਇਹ ਫੈਸਲਾ ਮੁਗਲ ਦੇ ਹੱਥ ਵਿੱਚ ਦੇ ਦਿੱਤਾ ਤੇ ਸਤਿਗੁਰੂ ਜੀ ਤੋਂ ਨਾਰਾਜ਼ਗੀ ਪ੍ਰਾਪਤ ਹੋਵੇਗੀ। ਤੇ ਜੇਕਰ ਸਤਿਗੁਰ ਦੇ ਵੱਲ ਹੋ ਕੇ ਅਸੀਂ ਮੁਗਲ ਦੇ ਖਿਲਾਫ ਜਿਹੜਾ ਇਹ ਫੈਸਲਾ ਸੁਣਾਵਾਂਗੇ ਤੇ ਉਹਦੇ ਜਿਹੜੇ ਇੱਥੋਂ ਦੇ ਇਲਾਕੇ ਦੇ ਲੋਕ ਨੇ ਬੜੀ ਵੱਡੀ ਗਿਣਤੀ ਵਿੱਚ ਨੇ, ਉਹ ਨਾਰਾਜ਼ ਹੋ ਜਾਣ। ਇਸ ਕਰਕੇ ਫੈਸਲਾ ਉਹ ਕਰਨਾ ਜਿਹੜਾ ਕਾਨੂੰਨ ਦੇ ਆਧਾਰ ਤੇ ਹੋਵੇਗਾ, ਸੱਚਾ ਹੋਵੇਗਾ, ਸੁੱਚਾ ਹੋਵੇਗਾ। ਦੋਨੋਂ ਪਾਸੇ ਦੋਨੇ ਧਿਰਾਂ ਨੂੰ ਸਪਸ਼ਟੀਕਰਨ ਕਰਕੇ ਦਿਖਾਉਣਾ ਜ਼ਰੂਰੀ ਹੈ। ਇਸ ਕਰਕੇ ਸਾਰੇ ਜਣੇ ਇਕੱਤਰ ਹੋ ਕੇ ਆ ਗਏ, ਕਾਫੀ ਵੱਡੀ ਗਿਣਤੀ ਵਿੱਚ। ਆਲੇ ਦੁਆਲੇ ਸਾਰੇ ਲੋਕ ਇਸ ਬਾਰੇ ਜਾਣਦੇ ਨੇ। ਇਸ ਥਾਂ ਸਾਰਿਆਂ ਨੂੰ ਪੁੱਛ ਲਵੋ, ਕਹਿੰਦੇ ਜੇ ਕੋਈ ਸੀਨਾ ਜੋਰੀ ਕਰਕੇ ਖੁੰਦਾ ਤਾਂ ਫਿਰ ਕਹਿੰਦੇ ਮੇਰਾ ਵਸ ਨਹੀਂ ਚੱਲਦਾ। ਬਾਦਸ਼ਾਹ ਸਭ ਸਥਾਨਾਂ ਦਾ ਮਾਲਕ ਹੈ। ਏਦਾਂ ਦੀ ਵਿਚਾਰ ਹੋਈ। ਕਹਿੰਦੇ ਫਿਰ ਗੁਰੂ ਜੀ ਨੇ ਸਾਰਿਆਂ ਦੇ ਵਿੱਚ ਕਿਹਾ, ਕਹਿੰਦੇ ਲੱਖਾਂ ਬਰਸਾਂ ਤੋਂ ਇਸ ਸਥਾਨ ਨੂੰ ਸੰਭਾਲਦੇ ਰਹੇ ਆ। ਇਹ ਜਿਹੜਾ ਸਾਡਾ ਸਥਾਨ ਹੈ, ਜਦ ਕਿਤੇ ਕਹਿੰਦੇ ਕਿਨਾਰਾ ਕਰਕੇ ਚਲੇ ਗਏ ਆ ਤਾਂ ਦੂਸਰਾ ਲੈ ਕੇ ਇਸ ਦਾ ਮਾਲਕ ਬਣ ਗਿਆ। ਇਸ ਵਿੱਚ ਬੜਾ ਪੁਰਾਣਾ ਆਸ਼ਰਮ ਬਣਿਆ। ਜੇ ਕਹਿਣ ਉੱਪਰ ਕਹਿੰਦੇ ਨੇਚਾ ਨਹੀਂ ਨਾ ਹੁੰਦਾ ਤਾਂ ਅਸੀਂ ਸਭ ਨੂੰ ਉਸ ਦੇ ਚਿੰਨ੍ਹ ਦਿਖਾ ਦਿੰਨੇ ਆ, ਨਿਸ਼ਾਨੀਆਂ ਦਿਖਾ ਦਿੰਨੇ ਆ। ਸਭ ਤੋਂ ਵੱਡੀ ਨਿਸ਼ਾਨੀ ਤੇ ਇਹ ਹੈ, ਇੱਥੇ ਬਹੁਤ ਵੱਡਾ ਆਸ਼ਰਮ ਬਣਿਆ। ਜਿੱਥੇ ਡੇਰਾ ਸੀ ਉਥੇ ਕਹਿੰਦੇ ਖੁਦਾਈ ਕਰਨ ਲਾ ਦਿੱਤੇ, ਬਹੁਤ ਡੂੰਗੀ ਥਾਂ ਖੁਦਵਾਈ। ਉਥੋਂ ਇੱਕ ਕਹਿੰਦੇ ਭਸਮ ਦੀ ਢੇਰੀ ਨਿਕਲੀ ਹੈ, ਜਿੱਥੇ ਬਹੁਤ ਵੱਡਾ ਆਸਣ ਪਿਆ ਸੀ। ਫਿਰ ਸਤਿਗੁਰੂ ਜੀ ਨੇ ਕਿਹਾ, ਕਹਿੰਦੇ ਹੋਰ ਪੁੱਟ ਕੇ ਦੇਖੋ। ਸਤਿਗੁਰੂ ਜੀ ਕਹਿੰਦੇ ਕਮੰਡਲ ਅਤੇ ਮਾਲਾ ਵਿਖਾਓ। ਦੁਸ਼ਟ ਦਮਨ ਜੇ ਸਥਾਨ ਵਿੱਚ ਨਾਮ ਸੀ, ਕਹਿੰਦੇ ਉਸ ਸਮੇਂ ਤੀਵਰ ਅਤੇ ਸੁੰਦਰ ਤਪ ਕਰਦੇ ਸਨ। ਉਸ ਵੇਲੇ ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕਹੇ, ਉਹਨਾਂ ਨੇ ਕੋਸ਼ਿਸ਼ ਕੀਤੀ, ਉਸੇ ਤਰ੍ਹਾਂ ਹੀ ਸਭ ਕੁਝ ਨਿਕਲਿਆ। ਹਜ਼ਾਰਾਂ ਸਾਲ ਇਸ ਸਥਾਨ ਵਿਖੇ ਰਹਿ ਕੇ ਸਰੀਰ ਦੇ ਸਾਰੇ ਕਸ਼ਟ ਬਰਦਾਸ਼ਤ ਕੀਤੇ ਸਨ। ਫਿਰ ਕੁਝ ਹੋਰ ਅੱਗੇ ਖੁਦਾਈ ਕੀਤੀ ਗਈ। ਫਿਰ ਸਤਿਗੁਰੂ ਜੀ ਦੀ ਮਾਲਾ ਵਿਖਾਈ ਦਿੱਤੀ। ਜਿਵੇਂ ਜਿਵੇਂ ਸਤਿਗੁਰੂ ਜੀ ਕਹਿੰਦੇ ਸਨ, ਤਿਵੇਂ ਤਿਵੇਂ ਸਾਰੀਆਂ ਨਿਸ਼ਾਨੀਆਂ ਪ੍ਰਾਪਤ ਹੋਣ ਲੱਗੀਆਂ।
ਤਪ ਦਾ ਪ੍ਰਭਾਵ ਕਰਕੇ ਉਸ ਤਰ੍ਹਾਂ ਹੀ ਕਹਿੰਦੇ ਆਸਣ ਪਿਆ ਸੀ। ਬਹੁਤ ਪੁਰਾਣਾ ਹੋ ਗਿਆ ਸੀ ਕਹਿੰਦੇ, ਪਰ ਗਲਿਆ ਨਹੀਂ ਸੀ। ਫਿਰ ਕਹਿੰਦੇ ਕਰ ਮੰਡਲ ਅਤੇ ਤੂੰਬੇ ਨੂੰ ਦਿਖਾਈ ਦਿੱਤਾ ਮਹਾਂ ਤਪੀ ਦੀਆਂ। ਦੋਨੋਂ ਚੀਜ਼ਾਂ ਉਸ ਤਰ੍ਹਾਂ ਹੀ ਪਈਆਂ ਸਨ ਬੜੇ ਲੰਮੇ ਸਮੇਂ ਤੋਂ, ਕਦਾਚਿਤ ਕਿਸੇ ਪ੍ਰਕਾਰ ਨੂੰ ਕੁਸਾਨੀਆਂ ਨਹੀਂ ਸੀ ਗਈਆਂ। ਸਾਰੇ ਕਹਿੰਦੇ ਅਵਸਥਾ ਵੇਖ ਕੇ ਬੜੇ ਹੈਰਾਨ ਹੋਏ ਨੇ। ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਧੰਨ ਧੰਨ ਕਹਿਣ ਲੱਗੇ ਨੇ। ਉਹ ਕਹਿਣ ਲੱਗੇ ਵਾਕਈ ਜਿਹੜੀ ਜ਼ਮੀਨ ਹੈ ਇਹ ਨਗਰ ਹੈ, ਸਤਿਯੁਗ ਤੋਂ ਵਸਦਾ ਆਇਆ ਇਹ ਨਗਰ, ਬੜੇ ਪੁਰਾਤਨ ਲੰਮੇ ਸਮੇਂ ਦਾ। ਤੇ ਇਸ ਨਗਰ ਦਾ ਜਿੰਨਾ ਅਸਥਾਨ ਹੈ, ਜਿੰਨੀ ਧਰਤੀ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਾਕਈ ਇਸ ਗੱਲ ਦੀ ਗਵਾਹੀ ਇਹ ਨਿਸ਼ਾਨੀਆਂ ਭਰ ਰਹੀਆਂ ਨੇ। ਧੰਨ ਗੁਰੂ ਜੀ ਹੈ ਪ੍ਰੀਤ ਉਸ ਵੇਲੇ ਪ੍ਰਤੀਤ ਸਾਰਿਆਂ ਦੀ ਲਈ, ਤੇ ਉਸ ਸਮੇਂ ਕਹਿੰਦੇ ਸਾਰਿਆਂ ਦੀ ਪ੍ਰੀਖਿਆ ਕੀਤੀ। ਸਾਰਿਆਂ ਨੇ ਇਸ ਗੱਲ ਦੀ ਗਵਾਹੀ ਪਾਈ ਭਰੀ ਹੈ, ਨਿਰਣਾ ਕਰਕੇ ਦੱਸਿਆ ਕਿ ਵਾਕਈ ਇਹ ਜਿਹੜਾ ਅਸਥਾਨ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਉਸ ਵੇਲੇ ਜਿੰਨੇ ਵੀ ਉੱਥੇ ਲੋਕ ਖਲੋਤੇ ਸਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਢਹਿ ਪਏ। ਸਤਿਗੁਰੂ ਜੀ ਨੇ ਪਤਾ ਲਿਖ ਕੇ ਸਾਰਿਆਂ ਨੂੰ ਸੁਣਾ ਦਿੱਤਾ। ਕਹਿੰਦੇ ਇੱਕ ਯੋਜਨ ਤੱਕ ਤਪਸਵੀ ਦੀ ਸਾਰੀ ਭੂਮੀ ਹੈ। ਇਸ ਥਾਂ ਸਿੱਖ ਸਾਡੇ ਪੂਰਨ ਤੌਰ ਤੇ 4 ਚੁਫੇਰੇ ਫੈਲੇ ਹੋਏ ਸਨ। ਇਸ ਥਾਂ ਇੱਕ ਬਹੁਤ ਵੱਡਾ ਕਹਿੰਦੇ ਆਸ਼ਰਮ ਸੀ, ਜਿੱਥੇ ਪੁੱਟ ਕੇ ਬਹੁਤ ਭਸਮ ਕੱਢੀ ਗਈ। ਇੱਥੇ ਅਸੀਂ ਬਹੁਤ ਦੇਰ ਤੱਕ ਕਹਿੰਦੇ ਆਸਣ ਲਾ ਕੇ ਬੈਠੇ ਸਾਂ। ਹੁਣ ਅਸੀਂ ਸਾਰਿਆਂ ਨੂੰ ਪਤਾ ਵਿਖਾ ਦਿੱਤਾ, ਨਿਸ਼ਾਨੀ ਵਿਖਾ ਦਿੱਤੀ, ਹੁਣ ਤਾਂ ਇਹ ਸਥਾਨ ਸਾਡਾ ਹੋ ਗਿਆ ਨਾ। ਫੇਰ ਵੀ ਕਹਿੰਦੇ ਅਸੀਂ ਇਸ ਦਾ ਮੁੱਲ ਮੁਗਲ ਨੂੰ ਦੇ ਦਿੰਨੇ ਆ। ਜਿੰਨਾ ਵੀ ਮੁੱਲ ਹੈ, ਜਿੰਨੀ ਵੀ ਧਨ ਦੌਲਤ ਹੈ, ਮੁੱਲ ਲੈ ਕੇ ਇਸ ਸਥਾਨ ਦਾ ਦਾਵਾ ਉਹ ਸਾਨੂੰ ਦੇ ਦੇਵੇ ਤੇ ਆਪਣਾ ਦਾਵਾ ਛੱਡ ਦੇਵੇ। ਇਸ ਕਰਕੇ ਸਤਿਗੁਰੂ ਜੀ ਨੇ ਉਹ ਬਚਨ ਉਚਾਰਨ ਕੀਤੇ ਤੇ ਸਤਿਗੁਰੂ ਜੀ ਨੇ ਦੀਨਾਰ ਵਿਛਾ ਦਿੱਤੇ। ਜਿੱਥੋਂ ਤੱਕ ਹੁਣ ਤੱਕ ਦਰਬਾਰ ਸਾਹਿਬ ਹੈ ਨਾ ਸ਼੍ਰੀ ਹਜੂਰ ਸਾਹਿਬ ਨੰਦੇੜ ਨਗਰ ਦਾ, ਜਿੱਥੋਂ ਤੱਕ ਹੁਣ ਤੱਕ ਦਾ ਦਰਬਾਰ ਸਾਹਿਬ ਹੈ, ਕਹਿੰਦੇ ਮੁਗਲ ਨੇ ਪ੍ਰਸੰਨ ਹੋ ਕੇ ਉਹ ਮੋਹਰਾਂ ਲੈ ਲਈਆਂ। ਉਸ ਨੂੰ ਕੋਈ ਗੱਲ ਨਾ ਆਖੀ, ਮੁਖ ਤੋਂ ਚੁੱਪ ਰਿਹਾ। ਬੈਨਾਮਾ ਉਸ ਮੁਗਲ ਦੇ ਹੱਥ ਤੋਂ ਲਿਖਵਾ ਲਿਆ ਗਿਆ। ਰਾਜੀਨਾਮਾ ਸਾਰਾ ਪੜ੍ਹ ਕੇ ਸੁਣਾ ਦਿੱਤਾ ਗਿਆ। ਫਿਰ ਸਾਰੀਆਂ ਇਦਾਂ ਵਿਚਾਰਾਂ ਜੋ ਪੂਰਨ ਤੌਰ ਤੇ ਹੋਣਾ ਕੀਤੀਆਂ, ਸਾਰਿਆਂ ਦੇ ਉੱਪਰ ਕਹਿੰਦੇ ਗਵਾਹੀ ਪਾਈ ਕਿ ਇਸ ਦਾ ਵੰਸ਼ ਕੋਈ ਝਗੜਾ ਨਾ ਉਠਾਵੇ, ਕੱਲ ਨੂੰ ਕੋਈ ਨਾ ਕਹਿ ਦਵੇ ਕਿ ਜ਼ਮੀਨ ਸਾਡੀ ਹੈ। ਜੋਗ ਕਰਕੇ ਸਾਰੇ ਚਾਲੇ ਗਏ ਤੇ ਕਹਿੰਦੇ ਬਾਦਸ਼ਾਹ ਦੇ ਪਾਸ ਜਾ ਕੇ ਕਹਿਣ ਲੱਗੇ। ਪ੍ਰਸੰਗ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ, ਪ੍ਰਸੰਨ ਹੋਇਆ। ਕਹਿੰਦੇ ਫਿਰ ਆਪਣਾ ਕਾਰਜ ਸਤਿਗੁਰੂ ਜੀ ਨੇ ਆਪ ਕਰ ਲਿਆ ਤੇ ਹੁਣ ਇਦਾਂ ਕਰੋ, ਆਪਣਾ ਕਾਗਜ਼ ਲਿਖ ਕੇ ਭੇਜ ਦਿਓ। ਇਸ ਯੋਜਨ ਤੱਕ ਕਹਿੰਦੇ ਗੁਰੂ ਜੀ ਦਾ ਸਥਾਨ ਹੈ, ਕੋਈ ਵੀ ਦਾਵਾ ਨਾ ਕਰੇ। ਇਹ ਜਾਣ ਲਵੋ ਕਿ ਸਾਰੇ ਸ਼ਹਿਰਾਂ ਵਿੱਚ ਇਹ ਕਹਿੰਦੇ ਗਾਥਾ ਪ੍ਰਗਟ ਹੋ ਗਈ ਤੇ ਗੁਰੂ ਜੀ ਨੇ ਭੂਮੀ ਮੁੱਲ ਪ੍ਰਾਪਤ ਕਰ ਲਈ। ਫਿਰ ਕਹਿੰਦੇ ਉਥੇ ਡੇਰਾ ਭਲੀ ਪ੍ਰਕਾਰ ਜਮਾਇਆ। ਇੱਕ ਦਿਨ ਕਹਿੰਦੇ ਸਤਿਗੁਰੂ ਜੀ ਦਾ ਸ਼ਿਕਾਰ ਖੇਡਣ ਨੂੰ ਚਿੱਤ ਕੀਤਾ, ਮਨ ਕੀਤਾ। ਹੁਣ ਕਾਫੀ ਦੂਰ ਤੱਕ ਕਹਿੰਦੇ ਉਹ ਸ਼ਿਕਾਰ ਖੇਡਣ ਗਏ। ਉਥੇ ਇੱਕ ਬੈਰਾਗੀ ਦਾ ਆਸ਼ਰਮ ਵੇਖਿਆ। ਸਾਧ ਕਿਸੇ ਹੋਰ ਸਥਾਨ ਵਿਖੇ ਗਿਆ। ਉਸਦੇ ਕਹਿੰਦੇ ਬੜੇ ਮੋਟੇ ਬੱਕਰੇ ਵੇਖ ਕੇ ਝਟਕਾ ਕਰਵਾ ਦਿੱਤੇ ਗਏ। ਉਸ ਬੱਕਰਿਆਂ ਨੂੰ ਝਟਕਾ ਦਿੱਤਾ ਗਿਆ। ਉਸ ਅਸਥਾਨ ਤੇ ਉਸ ਆਸ਼ਰਮ ਦੇ ਵਿੱਚ
ਉਹ ਬੱਕਰਿਆਂ ਦਾ ਮਾਸ ਤਿਆਰ ਕਰਵਾਇਆ ਗਿਆ ਅਤੇ ਖਾਧੇ ਗਏ। ਫਿਰ ਕਹਿੰਦੇ ਸਾਰੇ ਦਰਖਤਾਂ ਦੀ ਛਾਂ ਹੇਠ ਬੈਠੇ ਰਹੇ ਤੇ ਕੁਝ ਸਮੇਂ ਬਾਅਦ ਅੰਦਰ ਗਏ ਤੇ ਉੱਥੇ ਸੁੰਦਰ ਸਥਾਨ ਵੇਖਿਆ। ਇੱਕ ਬੜਾ ਵੱਡਾ ਪਲੰਗ ਡਾਇਆ ਹੋਇਆ ਸੀ। ਉਸ ਉੱਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ੁਭ ਸਫੇਦ ਵਸਤਰ ਵਿਛਾਏ ਹੋਏ ਸਨ। ਜਦੋਂ ਦੇਖਿਆ ਤੇ ਸਤਿਗੁਰੂ ਜੀ ਉਸ ਉੱਪਰ ਵਿਰਾਜਮਾਨ ਹੋ ਗਏ, ਉਹ ਪਲੰਗ ਦੇ ਉੱਤੇ। ਉੱਥੇ ਬੈਠਿਆਂ ਕਾਫੀ ਸਮਾਂ ਬਤੀਤ ਹੋ ਗਿਆ ਤੇ ਕਹਿੰਦੇ ਸਾਧ ਦਾ ਇੱਕ ਚੇਲਾ ਆ ਕੇ ਵੇਖੇ ਉਧਰ ਭੱਜ ਗਿਆ ਜਿੱਥੇ ਉਹ ਸਾਧ ਗਿਆ ਸੀ, ਉਹ ਬਰਾਗੀ ਗਿਆ ਸੀ। ਉਸ ਨੂੰ ਜਾ ਕੇ ਦੱਸ ਦਿੱਤਾ, ਸੁਣਾ ਦਿੱਤਾ। ਕਹਿੰਦੇ ਤੇਰੇ ਡੇਰੇ ਦੇ ਵਿੱਚ ਇੱਥੇ ਬਾਹਰ ਕਿਸ ਪ੍ਰਕਾਰ ਬੈਠੇ ਹੋ? ਕਹਿੰਦੇ ਤੇਰੇ ਡੇਰੇ ਵਿੱਚ ਉਲਟ ਫੇਰ ਹੋ ਗਿਆ। ਅਨੋਖਾ ਕਾਰਜ ਹੈ, ਜਿਹੜਾ ਕੰਮ ਨਹੀਂ ਕਰਨਾ ਉਹ ਕੰਮ ਹੋ ਗਿਆ। ਕੋਈ ਇੱਕ ਪੁਰਖ ਹੈ ਜਿਸ ਨੇ ਵੱਡਾ ਤੇਜ ਧਾਰਨ ਕੀਤਾ। ਪਹਿਲਾਂ ਬੱਕਰੇ ਮਾਰ ਕੇ ਝਟਕਾ ਦਿੱਤੇ ਨੇ, ਉਹਨਾਂ ਨੂੰ ਰਿੰਨ ਕੇ ਉੱਥੇ ਖਾ ਲਿਆ ਉਹਨਾਂ ਦਾ ਮਾਸ। ਫਿਰ ਮਾਸ ਦੇ ਖਾਧਾ। ਕਹਿੰਦੇ ਤੁਹਾਡੇ ਜਿਹੜੇ ਵਧੀਆ ਸ਼ੁਭ ਸੁੱਚਮ ਸੁੱਚੇ ਵਸਤਰ ਦੇ ਉੱਤੇ ਪਲੰਗ ਦੇ ਉੱਤੇ ਵਿਰਾਜਮਾਨ ਵੀ ਹੋ ਗਏ, ਬਹਿ ਗਏ ਨੇ। ਜਿਸ ਪਲੰਗ ਦੇ ਉੱਤੇ ਸਫੈਦ ਚਾਦਰ ਵਿਛਾਈ ਹੋਈ ਹੈ, ਬੜਾ ਸੁੰਦਰ ਸੁੱਚਾ ਧਾਰਨ ਕੀਤਾ ਹੋਇਆ, ਉਸ ਨੂੰ ਵੇਖ ਕੇ ਅਸੀਂ ਕਹਿੰਦੇ ਚੁੱਪ ਰਹੇ। ਜਦੋਂ ਖਾਂਦੇ ਰਹੇ ਤਾਂ ਕਹਿੰਦੇ ਅਸੀਂ ਡਰ ਨਾ ਧਾਰਨ ਕੀਤਾ। ਫਿਰ ਅੰਦਰਲੇ ਸਥਾਨ ਵਿੱਚ ਚਲੇ ਗਏ। ਅਸੀਂ ਤੁਹਾਡਾ ਨਾਮ ਲੈ ਕੇ ਰੋਕਿਆ ਤੇ ਕਹਿੰਦੇ ਰੁਕੇ ਨਹੀਂ, ਪਰ ਉਹ ਵਰਜਦਿਆਂ ਕਿਸੇ ਪ੍ਰਕਾਰ ਵਰਜੇ ਨਹੀਂ ਗਏ, ਰੁਕੇ ਨਹੀਂ। ਉੱਥੇ ਪਹੁੰਚ ਗਿਆ ਜਿੱਥੇ ਆਪ ਜੀ ਦਾ ਸਫੈਦ ਸੇਜ ਵਿਛਾਈ ਹੈ, ਪਲੰਗ ਡਾਇਆ ਹੋਇਆ। ਮਨ ਵਿੱਚ ਕਿਸੇ ਪ੍ਰਕਾਰ ਵੀ ਸ਼ੰਕਾ ਨਹੀਂ ਮੰਨੀ, ਕਿਸੇ ਪ੍ਰਕਾਰ ਕੋਈ ਇਦਾਂ ਦੀ ਵਿਚਾਰ ਨਹੀਂ ਮੰਨੀ। ਉਸ ਪਲੰਗ ਦੇ ਉੱਪਰ ਬੈਠ ਗਏ ਤੇ ਮਾਧੋ ਦਾਸ ਨੇ ਸੁਣ ਕੇ, ਇਹ ਬਰਾਗੀ ਨੇ ਸੁਣ ਕੇ ਬੜਾ ਗੁੱਸਾ ਧਾਰਨ ਕੀਤਾ, ਮਨ ਵਿੱਚ ਕ੍ਰੋਧ ਧਾਰਨ ਕੀਤਾ। ਜਗਤ ਵਿੱਚ ਕਹਿੰਦੇ ਕਿਹੜਾ ਕੋਈ ਐਸਾ ਘਮੰਡੀ ਪੁਰਸ਼ ਆ ਗਿਆ, ਇੱਕ ਤਾਂ ਸਾਧ ਸਮਝ ਕੇ ਟਲਿਆ ਨਹੀਂ, ਦੂਸਰਾ ਕਹਿੰਦੇ ਮੈਂ ਵੱਡੀ ਕਰਾਮਾਤ ਦਾ ਧਨੀ ਆ, ਮੇਰੇ ਅੱਗੇ ਤੇ ਵੱਡੇ ਵੱਡੇ ਹਰ ਗਏ ਨੇ, ਕਿਹੜਾ ਜਿਹਨੇ ਮੇਰੇ ਇਸ ਪ੍ਰਤਾਪ ਨੂੰ ਜਾਣਿਆ ਨਹੀਂ। ਤੀਸਰਾ ਐਸਾ ਕੋਈ ਸਾਧ ਨਹੀਂ, ਗ੍ਰਸਤੀ ਹੋਵੇ ਤੇ ਕਹਿੰਦੇ ਸ਼ਾਸਤਰ ਧਾਰਨ ਕੀਤੇ ਹੋਣ। ਉਸਨੇ ਇੱਕ ਕਹਿੰਦੇ ਵੀਰ ਨੂੰ ਭੇਜਿਆ ਤੇ ਕਿਹਾ ਕਹਿੰਦੇ ਜਾ ਕੇ ਉਸ ਨੂੰ ਸਜ਼ਾ ਦੇਵੋ ਤੇ ਪਲੰਗ ਦੇ ਉੱਤੋਂ ਉਠਾ ਦੇਵੋ, ਮਾਰੋ ਉਹਨਾਂ ਨੂੰ ਸਜ਼ਾ ਦੇਵੋ। ਜਿਸ ਕਰਕੇ ਪ੍ਰਾਣਾ ਸਹਿਤ ਨਾ ਰਹੇ ਤੇ ਸਾਹਮਣੇ ਵੇਖ ਕੇ ਸਾਰੇ ਕਹਿੰਦੇ ਡਰ ਜਾਵਣ। ਪ੍ਰਸਾਦ ਦੀ ਅਵਿਗਿਆ ਹੋਈ, ਕੋਈ ਨਹੀਂ ਕਰੇਗਾ। ਕਹਿੰਦੇ ਜਿਸ ਕੀਤੀ ਹੈ ਉਸ ਨੂੰ ਦੁੱਖ ਪ੍ਰਾਪਤ ਹੋਵੇਗਾ। ਹੁਣ ਇਹ ਸੁਣ ਕੇ ਮਾਧੋ ਦਾਸ ਦਾ ਵੀਰ ਤੁਰੰਤ ਕਹਿੰਦੇ ਚਲਾ ਗਿਆ। ਉਹ ਜਾ ਕੇ ਉਹਨੇ ਜਦੋਂ ਦੇਖਿਆ ਡੇਰੇ ਵਿੱਚ ਜਿਵੇਂ ਕਿਸੇ ਧਨੁੱਖ ਵਿੱਚੋਂ ਤੀਰ ਚਲਾਇਆ ਹੋਵੇ ਨਾ, ਇਦਾਂ ਛੇਤੀ ਦੇਣੇ ਭੱਜ ਕੇ ਉਹ ਮਾਧੋ ਦਾਸ ਦੇ ਡੇਰੇ ਵਿਖੇ ਗਿਆ। ਉਹ ਆ ਕੇ ਪਲੰਗ ਦਾ ਪਾਵਾ ਚੁੱਕਣ ਲੱਗਾ। ਉਸਨੇ ਬਹੁਤ ਜ਼ੋਰ ਲਾਇਆ ਪਰ ਪਾਵਾ ਕਦਾਚਿਤ ਚੁੱਕਿਆ ਨਹੀਂ ਗਿਆ। ਸਤਿਗੁਰੂ ਜੀ ਨੂੰ ਥੱਲੇ ਸੁੱਟਣਾ ਚਾਹੁੰਦਾ ਸੀ। ਹੁਣ ਸਤਿਗੁਰ ਦੇ ਅੱਗੇ ਕਿਹਦਾ ਜ਼ੋਰ ਚੱਲੇ, ਭਾਵ ਨਹੀਂ। ਸਤਿਗੁਰ ਦੇ ਅੱਗੇ ਦੇ ਵੱਡੇ ਵੱਡੇ ਮਹਾਬਲੀ ਸੂਰਮੇ ਆਪਣੇ ਆਪ ਨੂੰ ਕਹਾਉਣ ਵਾਲੇ ਉਹ ਢੇਰੀ ਹੋ ਗਏ ਨੇ, ਤੇ ਕਿਵੇਂ ਆਪਣਾ ਜ਼ੋਰ ਸਤਿਗੁਰ ਜੀ ਅੱਗੇ ਲਾ ਸਕਦਾ, ਭਾਵ ਨਹੀਂ। ਹੁਣ ਜਦੋਂ ਏਦਾਂ ਉਹਨੇ ਕਾਫੀ ਜ਼ੋਰ ਲਾਇਆ, ਗੱਲ ਬਣੀ ਨਹੀਂ। ਆਖਰਕਾਰ ਸਤਿਗੁਰ ਦੇ ਸਾਹਮਣੇ ਹਾਰ ਗਿਆ। ਉਹ ਵੀ ਦੁੱਖ ਪ੍ਰਾਪਤ ਕਰਕੇ ਹਟ ਗਿਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਟਸ ਤੋਂ ਮਸ ਨਹੀਂ ਹੋਏ। ਕਹਿੰਦੇ ਇਦਾਂ ਦੀ ਵਿਚਾਰ ਵੀ ਸੁਣ ਕੇ ਮਾਧੋ ਦਾਸ ਦਾ ਵੀਰ ਤੁਰੰਤ ਚਲਾ ਗਿਆ।
ਜਿਵੇਂ ਕਿਸੇ ਮਨੁੱਖ ਵਿੱਚੋਂ ਤੀਰ ਚਲਾਇਆ ਹੋਵੇ। ਕਹਿੰਦੇ ਉਹ ਆ ਕੇ ਪਲੰਗ ਦਾ ਪਾਵਾ ਚੁੱਕਣ ਲੱਗਾ, ਚੁੱਕਿਆ ਨਹੀਂ ਗਿਆ, ਏਦਾਂ ਸਤਿਗੁਰ ਦੇ ਅੱਗੇ ਹਾਰ ਗਿਆ। ਫਿਰ ਮਾਧੋ ਦਾਸ ਨੇ ਦੂਸਰਾ ਵੀਰ ਭੇਜਿਆ, ਉਹ ਪਲੰਗ ਨੂੰ ਚੁੱਕਣ ਚਾਹੁੰਦਾ ਸੀ। ਦੋਵਾਂ ਪਾਵਿਆਂ ਦੇ ਨੇੜੇ ਦੋਵੇਂ ਵੀਰ ਹੋ ਗਏ। ਦੋਨਾਂ ਨੇ ਰਲ ਕੇ ਜ਼ੋਰ ਲਾਇਆ, ਦੋਨਾਂ ਤੋਂ ਵੀ ਨਹੀਂ ਚੁੱਕਿਆ ਕਰ। ਪਰ ਧੀਰਜਵਾਨ ਸਤਿਗੁਰ ਜੀ ਨੇ ਦੋਵੇਂ ਪਾਵੇ ਧਰਤੀ ਦੇ ਵਿੱਚ ਖਬੋ ਦਿੱਤੇ ਨੇ, ਧਸਾ ਦਿੱਤੇ ਨੇ। ਵੀਰਾਂ ਵਿੱਚ ਇੰਨੀ ਸ਼ਕਤੀ ਕਿੱਥੇ ਸੀ ਜਿਹੜੇ ਪਲੰਗ ਨੂੰ ਚੁੱਕ ਕੇ ਉਲਟਾ ਕੇ ਧਰਤੀ ਤੇ ਸਤਿਗੁਰੂ ਜੀ ਨੂੰ ਸੁੱਟ ਦਿੰਦੇ? ਪਾਵ ਨਹੀਂ ਸੀ। ਪ੍ਰਸਾਦ ਨੇ ਇਹ ਜਾਣਿਆ ਕਿ ਪਲੰਗ ਦੋਵਾਂ ਸੂਰਮਿਆਂ ਪਾਸੋਂ ਵੀ ਹਿੱਲਿਆ ਨਹੀਂ। ਉਹ ਸਮਝ ਗਿਆ ਕਿ ਕੋਈ ਵੱਡਾ ਮਹਾਂਪੁਰਖ ਹੈ, ਕੋਈ ਚੰਗਾ ਤਪਸਵੀ ਹੈ। ਫਿਰ ਤੀਸਰਾ ਵੀਰ ਭੇਜਿਆ, ਉਦੋਂ ਵੀ ਗੱਲ ਨਾ ਬਣੀ। ਫਿਰ ਚਾਰੇ ਵੀਰ ਆ ਗਏ। ਕਹਿੰਦੇ ਚਾਰੇ ਬਹੁਤ ਜ਼ੋਰ ਲਾਉਣ ਲੱਗੇ ਤੇ ਸਤਿਗੁਰੂ ਜੀ ਦਾ ਜਿਹੜਾ ਪਲੰਗ ਸੀ ਜਿਹਦੇ ਉੱਤੇ ਸਤਿਗੁਰੂ ਜੀ ਬਿਰਾਜਮਾਨ ਸੀ, ਉਹ ਟਸ ਤੋਂ ਮਸ ਨਹੀਂ ਹੋਇਆ, ਪਰ ਪਲੰਗ ਨਾ ਉਠਾਇਆ ਗਿਆ। ਸਤਿਗੁਰੂ ਜੀ ਨੇ ਚਾਰੇ ਪਾਵਿਆਂ ਉੱਪਰ ਮਣਾ ਮੂੰਹੀ ਭਾਰ ਟਿਕਾ ਦਿੱਤਾ, ਜਿਹਦੇ ਕਾਰਨ ਕਰਕੇ ਉਹਨਾਂ ਨੇ ਸਤਿਗੁਰੂ ਜੀ ਦੇ ਪਲੰਗ ਨੂੰ ਉਠਾ ਨਾ ਸਕੇ ਤੇ ਸਤਿਗੁਰੂ ਜੀ ਨੂੰ ਧਰਤੀ ਤੇ ਸੁੱਟ ਨਾ ਸਕੇ। ਜਦ ਪਲੰਗ ਨਾ ਉਠਾਇਆ ਤੇ ਵੀਰ ਜਾਣ ਗਏ ਕਿ ਪਲੰਗ ਨਾ ਤੇ ਹਿਲਦਾ, ਨਾ ਉੱਠਣਾ, ਨਾ ਇਹਨਾਂ ਨੂੰ ਥੱਲੇ ਸੁੱਟ ਸਕਦੇ ਆ। ਪਲੰਗ ਨੂੰ ਦੇ ਥੱਲੇ ਧਸਾਉਣਾ ਲੱਗ ਪਏ ਨੇ। ਜਦ ਚਾਰਾਂ ਨੇ ਕ੍ਰੋਧ ਵਿੱਚ ਆ ਕੇ ਬਹੁਤ ਸ਼ਕਤੀ ਲਾਈ ਤਾਂ ਫਿਰ ਵੀ ਕਹਿੰਦੇ ਪਲੰਗ ਨਾ ਹਿੱਲਿਆ। ਜਦ ਗੁਰੂ ਜੀ ਨੇ ਜਾਣਿਆ ਕਿ ਪਲੰਗ ਥੱਲੇ ਜਾਣ ਲੱਗਾ, ਜਦ ਸਤਿਗੁਰੂ ਜੀ ਨੇ ਵੇਖਿਆ ਕਿ ਪਾਵੇ ਥੱਲੇ ਧਸਣ ਲੱਗ ਪਏ, ਤਾਂ ਉਸ ਸਮੇਂ ਕਹਿੰਦੇ ਉਹ ਬੋਲੇ, ਐ ਲੱਕੜੀ ਸਾਡੇ ਨਾਲ ਡੇਰਾ ਕੋਈ, ਤੇਰਾ ਕੋਈ ਵੀ ਵੈਰ ਨਹੀਂ ਹੈ। ਧਰਤੀ ਵਿੱਚ ਧਸਦੀ ਐ, ਉੱਚੀ ਨਹੀਂ ਰਹਿੰਦੀ। ਗੁਰੂ ਜੀ ਨੇ ਦੋਵੇਂ ਹੱਥ ਪਾ ਕੇ ਪਲੰਗ ਨੂੰ ਟਿਕਾਇਆ ਤੇ ਸਾਧੂ ਦੀ ਕਰਾਮਾਤ ਲਾਈ ਹੋਈ ਫਜ਼ੂਲ ਚਲੀ ਗਈ, ਖਤਮ ਹੋ ਗਈ। ਪ੍ਰਸਾਦ ਨੇ ਸਤਿਗੁਰੂ ਜੀ ਨੂੰ ਆਪਣੇ ਤੋਂ ਬਹੁਤ ਵੱਡਾ ਜਾਣਿਆ ਕਿ ਮੇਰੀ ਸਤਿਗੁਰ ਦੇ ਅੱਗੇ ਚੱਲਣੀ ਨਹੀਂ। ਉਸ ਵਕਤ ਏਦਾਂ ਜਦੋਂ ਬਹੁਤ ਜ਼ੋਰ ਲਾਇਆ, ਉਹਨੇ ਕਦਾਚਿਤ ਕਿਸੇ ਪ੍ਰਕਾਰ ਕੋਈ ਗੱਲ ਨਹੀਂ ਬਣੀ ਤੇ ਸਤਿਗੁਰੂ ਜੀ ਪਲੰਗ ਦੇ ਉੱਤੇ ਬਿਰਾਜਮਾਨ ਸਨ, ਜਿਉਂਦੇ ਤਿਉਂ। ਏਦਾਂ ਕਰਕੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਨਾ ਕੀਤੀ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਕਥਾ ਵਿਚਾਰ ਦਾ ਜੋ ਸਮਾਂ ਸਮਾਪਤ ਹੋ ਚੁੱਕਿਆ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਮਾਧੋ ਦਾਸ ਬਰਾਗੀ ਦੇ ਡੇਰੇ ਵਿੱਚ ਆਏ ਨੇ, ਕਿਵੇਂ ਕਰਕੇ ਮਾਧੋ ਦਾਸ ਬਰਾਗੀ ਨੂੰ ਸਤਿਗੁਰੂ ਜੀ ਸਿੱਖਿਆ ਦੇ ਰਹੇ ਨੇ, ਕਿਵੇਂ ਕਰਕੇ ਮਾਧੋ ਦਾਸ ਬਰਾਗੀ ਤੋਂ ਭਾਈ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਬਣਦੇ ਨੇ। ਕੀ ਗੱਲਾਂ ਵਿਚਾਰਾਂ ਬਣਦੀਆਂ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਗੁਰੂ ਚਰਨਾਂ ਦੇ ਵਿੱਚ ਵਿਚਾਰ ਕਰਦੇ ਆ, ਕਥਾ ਕਰਦੇ ਆ, ਅਨੇਕ ਪ੍ਰਕਾਰ ਦੀਆਂ तमाम गलतियां खरवादा घाटा सतगुर जी भुल चुक माफ करना। आओ सतगुर दे सन्मुख समाप्ति करन दा जतन करिए। सतगुर जी कृपा करदे ने।